ਬਲਵੰਤ ਗਾਰਗੀ ਦਾ ਰੇਖਾ ਚਿੱਤਰ ਹੈ ਨਾਟਕ ਦੀ ਨੱਕੜ ਦਾਦੀ। ਜਦੋਂ ਮੈਂ ਦਾਖਲ ਹੋਇਆ ਤਾਂ ਉਹ ਪਰੁੰਗੜੀ ਉੱਤੇ ਪਈ ਸੀ। ਸਿਰਾਣੇ ਲੈਂਪ ਤੇ ਕਿਤਾਬਾਂ ਛਾਤੀ ਉੱਤੇ, ਪੈਨਸਲ ਤੇ ਕਾਪੀ ਤੇ ਮੂੰਹ ਵਿੱਚ ਸੀਟੀ। ਦਰਅਸਲ ਉਹ ਪਈ ਨਹੀਂ ਸੀ, ਬੈਠੀ ਸੀ। ਉਹ ਇਉਂ ਬੈਠੀ ਸੀ ਜਿਵੇਂ ਕੋਈ ਆਰਾਮ ਕੁਰਸੀ ਉੱਤੇ ਪਿਆ ਹੋਵੇ। ਪਸ਼ਮੀਨੇ ਦੀ ਹਲਕੀ ਪਤਲੀ ਚਾਦਰ ਤਾਣੀ, ਲੱਤਾਂ ਨਿਸਾਲੀ, ਉਹ ਅੱਧ ਪਈ ਬੈਠੀ ਮੈਨੂੰ ਉਡੀਕ ਰਹੀ ਸੀ। ਚਾਦਰ ਵਿੱਚ ਸਿਲਵੱਟਾਂ ਪਈਆਂ ਸਨ ਤੇ ਇਹ ਸਿਲਵੱਟਾਂ ਉਸ ਦੀਆਂ ਬਾਹਾਂ ਦੀਆਂ ਝੁਰੜੀਆਂ ਤੇ ਗਲ ਦੇ ਮਾਸ ਦੀਆਂ ਤਹਿਆਂ ਵਿੱਚ ਗਵਾਚ ਗਈਆਂ ਸਨ। ਚਾਦਰ ਹੇਠੋਂ ਉਸ ਦੀਆਂ ਸੁੱਕੀਆਂ ਹੱਡੀਆਂ, ਠੰਡੀਆਂ ਲੱਤਾਂ ਤੇ ਖੋਖਲੀ ਛਾਤੀ ਦਿਸ ਰਹੀ ਸੀ। ਹਰ ਚੀਜ਼ ਅਹਿੱਲ ਤੇ ਠੰਡੀ ਸੀ। ਸਿਰਫ ਉਸ ਦੀਆਂ ਮਣਕਿਆਂ ਵਰਗੀਆਂ ਨੀਲੀਆਂ ਅੱਖਾਂ ਵਿੱਚ ਸੇਕ ਸੀ ਅਤੇ ਉਸ ਦਾ ਜ਼ਿਹਨ ਤੇਜ਼ ਕੰਮ ਕਰ ਰਿਹਾ ਸੀ। ਮੈਂ ਦਾਖਲ ਹੋਇਆ ਤਾਂ ਉਸਨੇ ਪਈ ਨੇ ਮੈਨੂੰ ਆਪਣੀ ਪੋਲੀ ਪੋਲੀ ਬੁੱਕਲ ਵਿੱਚ ਲਿਆ ਤੇ ਆਖਿਆ, ਬੜਾ ਚਿਰ ਲਾ ਕੇ ਆਇਆ ਹੈ ਤੂੰ। ਮੈਂ ਉਸ 'ਤੇ ਪੈਂਦੀ ਬੈਠ ਗਿਆ। ਇਹ ਨੋਰਾ ਰਿਚਰਡ ਸੀ, ਜਿਸ ਨੇ 1914 ਵਿੱਚ ਪਹਿਲਾ ਪੰਜਾਬੀ ਨਾਟਕ ਦੁਲਹਨ ਡਾਇਰੈਕਟ ਕੀਤਾ ਤੇ ਪੰਜਾਬੀ ਰੰਗਮੰਚ ਦੀ ਨੀਂਹ ਰੱਖੀ। ਬੰਗਾਲੀ ਮੰਚ ਦਾ ਜਨਮਦਾਤਾ ਇੱਕ ਰੂਸੀ ਸੀ, ਮਿਸਟਰ ਲੈਬੀਡਫ। ਉਸਨੇ 1795 ਵਿੱਚ ਬੰਗਾਲੀ ਭਾਸ਼ਾ ਵਿੱਚ ਨਾਟਕ ਦਾ ਨਿਰਦੇਸ਼ਨ ਕੀਤਾ। ਨੋਰਾ ਆਇਰਲੈਂਡ ਵਿੱਚ ਜੰਮੀ ਪਲੀ ਤੇ ਉੱਥੋਂ ਦੀ ਨਾਟ ਪਰੰਪਰਾ ਵਿੱਚ ਰਚੀ ਸੀ। ਉਸਦਾ ਪਤੀ ਪ੍ਰੋਫੈਸਰ ਆਈ ਰਿਚਰਡ 1911 ਵਿੱਚ ਦਿਆਲ ਸਿੰਘ ਕਾਲਜ ਵਿੱਚ ਅੰਗਰੇਜ਼ੀ ਪੜ੍ਹਾਉਣ ਲਈ ਲਾਹੌਰ ਆਇਆ। ਨੋਰਾ ਨੇ ਨੌਜਵਾਨ ਵਿਦਿਆਰਥੀਆਂ ਨੂੰ ਕਾਲਜਾਂ ਵਿੱਚ ਅੰਗਰੇਜ਼ੀ ਨਾਟਕ ਕਰਦੇ ਵੇਖਿਆ ਤਾਂ ਉਸਨੂੰ ਦੁੱਖ ਹੋਇਆ। ਉਸਦਾ ਵਿਸ਼ਵਾਸ ਸੀ ਕਿ ਪੰਜਾਬੀ ਲੋਕਾਂ ਨੂੰ ਅੰਗਰੇਜ਼ੀ ਵਿੱਚ ਨਹੀਂ, ਪੰਜਾਬੀ ਵਿੱਚ ਨਾਟਕ ਲਿਖਣੇ ਤੇ ਖੇਡਣੇ ਚਾਹੀਦੇ ਹਨ। ਉਹ ਵਿਦਿਆਰਥੀਆਂ ਨੂੰ ਨਾਟਕ ਰਚਨ ਤੇ ਖੇਡਣ ਦੀ ਕਲਾ ਸਿਖਾਉਣ ਲੱਗੀ। ਉਸ ਸਮੇਂ ਜਦੋਂ ਆਕਸਫੋਰਡ ਤੇ ਕੈਂਬਰਿਜ ਦੇ ਪੜ੍ਹੇ ਪ੍ਰੋਫੈਸਰ ਸ਼ੁੱਧ ਅੰਗਰੇਜ਼ੀ ਬੋਲਣ ਉੱਤੇ ਜ਼ੋਰ ਦਿੰਦੇ ਸਨ ਤੇ ਅੰਗਰੇਜ਼ੀ ਸੱਭਿਅਤਾ ਅਤੇ ਉੱਥੋਂ ਦੀ ਰਹਿਣੀ ਬਹਿਣੀ ਦੀ ਨਕਲ ਕਰਨ ਲਈ ਆਖਦੇ ਸਨ, ਪਰ ਨੋਰਾ ਨੇ ਪੰਜਾਬੀ ਵਲਵਲੇ ਤੇ ਬੋਲੀ ਦੇ ਗੁਣਾਂ ਨੂੰ ਸਲਾਹਿਆ। ਇਸ ਵੇਲੇ ਉਹ 88 ਸਾਲ ਦੀ ਹੈ। ਪ੍ਰੋਫੈਸਰ ਰਿਚਰਡ ਨੂੰ ਮਰਿਆ ਤਾਂ ਮੁੱਦਤ ਹੋ ਗਈ। ਨੋਰਾ ਆਪਣੇ ਪਤੀ ਦੀ ਯਾਦ ਵਿੱਚ 44 ਸਾਲ ਤੋਂ ਤਪਸਨੀ ਵਾਂਗ ਰਹਿ ਰਹੀ ਹੈ ਅਤੇ ਪਿਛਲੇ 50 ਸਾਲ ਤੋਂ ਪੰਜਾਬੀ ਨਾਟਕ ਅਤੇ ਗ੍ਰਾਮ ਮੰਚ ਨਾਲ ਸੰਬੰਧਿਤ ਹੈ। ਅੱਜ ਕੱਲ੍ਹ ਉਹ ਕਾਂਗੜਾ ਵਾਦੀ ਦੇ ਅੰਦਰੇਟਾ ਪਿੰਡ ਵਿੱਚ ਰਹਿ ਰਹੀ ਹੈ। ਇੱਥੇ 15 ਏਕੜ ਜ਼ਮੀਨ ਵਿੱਚ ਉਸ ਨੇ ਨਿੱਕੀਆਂ ਨਿੱਕੀਆਂ ਝੁੱਗੀਆਂ ਪਾਈਆਂ ਹਨ, ਇੱਕ ਖੁੱਲ੍ਹੇ ਵਾਯੂਮੰਡਲ ਦਾ ਮੰਚ ਬਣਾਇਆ ਅਤੇ ਗਰਮੀਆਂ ਲਈ ਕਲਾਕਾਰਾਂ ਤੇ ਵਿਦਿਆਰਥੀਆਂ ਦੇ ਰਹਿਣ ਲਈ ਲੰਮੀਆਂ ਪੋਚੀਆਂ ਫੂਸ ਦੀਆਂ ਕੁੱਲੀਆਂ ਉਸਾਰੀਆਂ ਹਨ। ਇੱਥੇ ਉਹ ਹੁਣ ਵੀ ਨਾਟ ਤਜਰਬੇ ਕਰਦੀ ਹੈ ਅਤੇ ਦੁਨੀਆ ਭਰ ਵਿੱਚ ਮਚਲ ਰਹੇ ਨਾਟ ਅੰਦੋਲਨਾਂ ਦੀ ਸੂਹ ਰੱਖਦੀ ਹੈ। ਪ੍ਰੋਫੈਸਰ ਆਈ.ਸੀ. ਨੰਦਾ ਤੇ ਪ੍ਰੋਫੈਸਰ ਜੈ ਦਿਆਲ ਉਸ ਦੇ ਸ਼ਿਸ਼ ਹਨ। ਪ੍ਰੋਫੈਸਰ ਜੈ ਦਿਆਲ ਦਾ ਸ਼ਿਸ਼ ਪ੍ਰਿਥਵੀ ਰਾਜ ਕਪੂਰ ਹੈ। ਪ੍ਰਿਥਵੀ ਰਾਜ ਕਪੂਰ ਦੇ ਮੰਚ ਉੱਤੇ ਉਸ ਦੇ ਪੁੱਤਰ ਰਾਜ ਕਪੂਰ ਅਤੇ ਰਾਜ ਕਪੂਰ ਦੇ ਪੁੱਤਰ ਡੱਬੂ ਦੋਹਾਂ ਨੇ ਪਾਰਟ ਕੀਤਾ। ਇਸ ਹਿਸਾਬ ਨਾਲ ਉਹ ਸਾਡੇ ਨਾਟ ਕੌੜਮੇ ਦੀ ਨੱਕੜ ਦਾਦੀ ਹੈ। ਪਰੁੰਗੜੀ ਉੱਤੇ ਪਈ ਨੋਰਾ ਆਪਣੇ ਨਾਟ ਪੋਤਿਆਂ ਪੜਪੋਤਿਆਂ ਦੀਆਂ ਬਿੜਕਾਂ ਲੈਂਦੀ ਹੈ। ਕਦੇ ਆਈ.ਸੀ. ਨੰਦਾ ਉਸ ਨੂੰ ਮਿਲਣ ਜਾਂਦਾ ਹੈ, ਕਦੇ ਪ੍ਰਿਥਵੀ ਰਾਜ ਕਪੂਰ ਉਸ ਦੇ ਇਸ਼ਾਰੇ ਉੱਤੇ ਬੰਬਈ ਤੋਂ ਦੌੜਦਾ ਹੈ, ਕਦੇ ਬਲਰਾਜ ਸਾਨੀ। ਮੈਂ ਕਈ ਵਾਰ ਉਸ ਨੂੰ ਮਿਲਣ ਦੀਆਂ ਸਲਾਹਾਂ ਪਕਾਈਆਂ, ਪਰ ਹਰ ਵਾਰ ਕਿਸੇ ਫਜ਼ੂਲ ਜਿਹੇ ਕੰਮ ਕਰਕੇ ਰਹਿ ਗਿਆ। ਮੈਂ ਇਸ ਲਈ ਵੀ ਉਸ ਦੇ ਦਰਸ਼ਨ ਕਰਨਾ ਚਾਹੁੰਦਾ ਸਾਂ ਕਿ ਪੰਜਾਬੀ ਨਾਟ ਬਿਰਛ ਦੀ ਮੁੱਢਲੀ ਜੜ੍ਹ
ਕਿਤੇ ਸੁੱਕ ਹੀ ਨਾ ਜਾਵੇ। ਮੈਨੂੰ ਹਮੇਸ਼ਾ ਸੰਸਾ ਲੱਗਿਆ ਰਿਹਾ ਕਿ ਜਦ ਮੈਂ ਪਹੁੰਚਾਂਗਾ ਤਾਂ ਉਹ ਮਰ ਚੁੱਕੀ ਹੋਵੇਗੀ। ਚਿੱਠੀ ਪੱਤਰ ਕਰਕੇ ਮੈਂ ਮਸਾਂ ਦਿਨ ਤੇ ਗੱਡੀ ਨਿਯਤ ਕਰ ਲਈ ਸੀ। ਜਦੋਂ ਮੈਂ ਦਾਖਲ ਹੋਇਆ ਤਾਂ ਮੈਂ ਇਹ ਵੇਖ ਕੇ ਖੁਸ਼ ਸਾਂ ਕਿ ਉਹ ਜਿਉਂਦੀ ਜਾਗਦੀ ਭਰੂੰਗੜੀ ਉੱਤੇ ਬੈਠੀ ਮੈਨੂੰ ਉਡੀਕ ਰਹੀ ਸੀ। ਤੇਰਾ ਸਮਾਨ ਕਿੱਥੇ ਹੈ? ਉਸਨੇ ਪੁੱਛਿਆ। ਹੇਠਾਂ। ਉਸਨੇ ਸੀਟੀ ਵਜਾਈ। ਉਸਦਾ ਵਫਾਦਾਰ ਨੌਕਰ ਸਾਲਗਰਾਮ ਆਇਆ ਤਾਂ ਉਸਨੇ ਟੁੱਟੀ ਫੁੱਟੀ ਹਿੰਦੁਸਤਾਨੀ ਵਿੱਚ ਮੇਰੇ ਸਾਮਾਨ, ਮੇਰੀ ਕੋਠੜੀ, ਮੇਰੇ ਰਹਿਣ ਦੇ ਪ੍ਰਬੰਧ ਬਾਰੇ ਸਮਝਾਇਆ। ਇਸ ਪਿੱਛੋਂ ਨੌਕਰ ਚਲਾ ਗਿਆ। ਉਸਨੇ ਫਿਰ ਸੀਟੀ ਵਜਾਈ। ਸਾਲਗ ਆਇਆ। ਉਹ ਬੋਲੀ, ਕੌਫੀ ਲਿਆਓ ਗਰਮ ਗਰਮ, ਜਾਓ। ਮੈਂ ਉਸ ਨੂੰ ਆਪਣੇ ਸਫ਼ਰ ਬਾਰੇ ਦੱਸਣ ਲੱਗਾ ਤਾਂ ਉਸਨੇ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ ਤੇ ਆਖਣ ਲੱਗੀ, ਮੈਨੂੰ ਕੰਨਾਂ ਤੋਂ ਸੁਣਦਾ ਨਹੀਂ। ਇਸ ਉਮਰ ਵਿੱਚ ਲੋਕਾਂ ਦੀਆਂ ਅੱਖਾਂ ਰਹਿ ਜਾਂਦੀਆਂ ਹਨ, ਮੇਰੇ ਕੰਨ ਰਹਿ ਗਏ ਹਨ। ਮੈਂ ਸਮਝਦੀ ਹਾਂ ਇਹ ਚੰਗਾ ਹੀ ਹੋਇਆ। ਇਸ ਨਾਲ ਮਨ ਵਿੱਚ ਸ਼ਾਂਤੀ ਰਹਿੰਦੀ ਹੈ, ਕਿਉਂਕਿ ਬਹੁਤੇ ਲੋਕਾਂ ਦੀਆਂ ਬਹੁਤੀਆਂ ਫਜ਼ੂਲ ਗੱਲਾਂ ਨਹੀਂ ਸੁਣਨੀਆਂ ਪੈਂਦੀਆਂ। ਪ੍ਰਿਥਵੀ ਰਾਜ ਕਪੂਰ ਨੇ ਮੈਨੂੰ ਆਖਿਆ ਸੀ, ਸੁਣਨ ਵਾਲਾ ਯੰਤਰ ਲਵਾ ਲਵਾਂ। ਮੈਂ ਆਖਿਆ, ਕਿਉਂ? ਉਹ ਉੱਚੀ ਉੱਚੀ ਹੱਸਣ ਲੱਗੀ ਤੇ ਉਸਨੇ ਰਾਜ਼ਦਾਰਾਨਾ ਲਹਿਜ਼ੇ ਵਿੱਚ ਮੈਨੂੰ ਆਖਿਆ, ਪ੍ਰਿਥਵੀ ਨੂੰ ਬੋਲਣ ਦਾ ਪੁੱਸ ਹੈ, ਭਲਾ ਮੈਂ ਕਿਉਂ ਉਸ ਦੀ ਖਾਤਰ ਯੰਤਰ ਲਗਵਾਵਾਂ? ਇਹ ਉਸ ਦੀ ਲੋੜ ਹੈ, ਮੇਰੀ ਨਹੀਂ। ਇਹ ਆਖ ਕੇ ਉਸਨੇ ਫਿਰ ਸੀਟੀ ਵਜਾਈ। ਨੌਕਰ ਗਰਮ ਗਰਮ ਕਾਫੀ ਲੈ ਆਇਆ। ਉਸਨੇ ਉਸ ਨਾਲ ਮੌਸਮ, ਗਰਮ ਪਾਣੀ ਤੇ ਕੁਕੜੀ ਦੇ ਆਂਡਿਆਂ ਬਾਰੇ ਕੁਝ ਗੱਲਾਂ ਕੀਤੀਆਂ। ਸਾਲਗ ਰਾਮ 20-25 ਸਾਲ ਦਾ ਨੌਜਵਾਨ ਪਹਾੜੀ ਨੌਕਰ ਸੀ, ਜਿਸ ਨੇ ਕੱਸਿਆ ਹੋਇਆ ਕੋਟ ਤੇ ਕਸੀ ਹੋਈ ਟੋਪੀ ਪਾਈ ਹੋਈ ਸੀ। ਉਸ ਦੀ ਨਿੱਕੀ ਜਿਹੀ ਦਾੜੀ ਵੀ ਕਸੀ ਹੋਈ ਸੀ। ਉਸ ਦੇ ਚਿਹਰੇ ਉੱਤੇ ਜਾਨਵਰਾਂ ਵਾਲੀ ਦੇਣਦਾਰੀ ਸੀ। ਇੱਕ ਮਾਸੂਮ ਬੇਬਸੀ, ਇੱਕ ਚਿੰਤਾ ਤੁਰ ਲਗਾਓ। ਉਹ ਨੜੇ ਵਰਗੀ ਆਵਾਜ਼ ਵਿੱਚ ਬੋਲਦਾ ਸੀ। ਸ਼ਾਇਦ ਨੋਰਾ ਰਿਚਰਡ ਦੇ ਕੰਨ ਇਸੇ ਆਵਾਜ਼ ਨੂੰ ਗ੍ਰਹਿਣ ਕਰਦੇ ਸਨ, ਜਿਵੇਂ ਕਿਸੇ ਰੇਡੀਓ ਸੈੱਟ ਉੱਤੇ ਇੱਕੋ ਸਟੇਸ਼ਨ ਸੁਣਾਈ ਦਿੰਦਾ ਹੈ। ਨੌਕਰ ਦੀ ਆਵਾਜ਼ ਉਹ ਭਲੀ ਭਾਂਤ ਸਮਝਦੀ ਸੀ, ਹੋਰ ਕਿਸੇ ਦੀ ਨਹੀਂ। ਛੇਤੀ ਛੇਤੀ ਕੌਫੀ ਪੀ ਲੈ, ਫਿਰ ਮੇਰੇ ਨਾਲ ਗੱਲਾਂ ਕਰੀ, ਇਸ ਕਾਪੀ ਉੱਤੇ ਲਿਖ ਕੇ। ਮੈਂ ਹੁਣ ਬਿਲਕੁਲ ਨਹੀਂ ਬੋਲਾਂਗੀ। ਮੈਂ ਕੌਫੀ ਪੀਣ ਲੱਗਾ ਤੇ ਨੋਰਾ ਅੱਖਾਂ ਮੀਚ ਕੇ ਕੁਝ ਚਿਰ ਲਈ ਉਸੇ ਤਰ੍ਹਾਂ ਸੀਨੇ ਉੱਤੇ ਕਾਪੀ ਪੈਨਸਲ ਰੱਖੀ ਪਈ ਰਹੀ। ਸ਼ਾਮ ਦਾ ਹਨੇਰਾ ਤੇ ਠੰਡ ਪਸਰ ਰਹੀ ਸੀ। ਕਮਰੇ ਵਿੱਚ 2 ਲੈਂਪ ਜਲ ਰਹੇ ਸਨ। ਨਿੱਘ ਸੀ। ਲਿਪੀ ਹੋਈ ਕੰਧ, ਨੀਵੀਂ ਮੇਜ਼, ਨਿੱਕੇ ਨਿੱਕੇ ਮੂੜੇ, ਤਿਪਾਈਆਂ ਤੇ ਨੀਵੀਂ ਭਰੂੰਗੜੀ। ਕਮਰੇ ਇੱਕ ਦੂਜੇ ਵਿੱਚ ਖੁੱਲ੍ਹਦੇ ਸਨ। ਇਹਨਾਂ ਵਿੱਚ ਕੋਈ ਬੂਹਾ ਜਾਂ ਤਖ਼ਤਾ ਨਹੀਂ ਸੀ। ਪੋਚੀਆਂ ਹੋਈਆਂ ਕੰਧਾਂ ਦੇ ਵਿਚਕਾਰ ਨਿੱਕੇ ਰਾਹ ਬਣੇ ਹੋਏ ਸਨ, ਜਿਨ੍ਹਾਂ ਵਿੱਚੋਂ ਹਵਾ ਤੇ ਰੋਸ਼ਨੀ ਤੇ ਪਤਲਾ ਇਨਸਾਨ ਤਾਂ ਲੰਘ ਸਕਦਾ ਹੈ, ਪਰ ਮੋਟਾ ਪੁੱਚਰ ਮੇਲ ਨਾਲ ਨਹੀਂ। ਕਮਰੇ ਇੱਕ ਦੂਜੇ ਵਿੱਚ ਤੁਰਦੇ ਫਿਰਦੇ ਸਨ। ਨਿੱਕੀਆਂ ਨਿੱਕੀਆਂ ਮਮਟੀਆਂ ਤੇ ਖੁੰਝੇ ਸਨ, ਜਿਸ ਨਾਲ ਘਰ ਵਿੱਚ ਨਿੱਘੀ ਸੁੰਦਰਤਾ ਆ ਗਈ ਸੀ। ਮੈਂ ਹੌਲੀ ਹੌਲੀ ਕੌਫੀ ਪੀ ਰਿਹਾ ਸਾਂ ਤੇ ਇਸ ਵਾਤਾਵਰਨ ਨੂੰ ਗ੍ਰਹਿਣ ਕਰ ਰਿਹਾ ਸਾਂ। ਨੋਰਾ ਉਸੇ ਤਰ੍ਹਾਂ ਅੱਖਾਂ ਮੀਚੀ ਪਈ ਰਹੀ। ਉਸ ਦੇ ਸਣ ਵਰਗੇ ਭੁਰਭੁਰੇ ਵਾਲ ਉਸ ਦੀਆਂ ਗੱਲਾਂ ਉੱਤੇ ਡਿੱਗ ਰਹੇ ਸਨ। ਉਸ ਦਾ ਮੁੜਿਆ ਹੋਇਆ ਤਿੱਖਾ ਨੱਕ ਸਾਰੇ ਚਿਹਰੇ ਉੱਤੇ ਛਾਇਆ ਹੋਇਆ ਸੀ। ਉਸ ਨੇ ਇੱਕਦਮ ਅੱਖਾਂ ਖੋਲ੍ਹੀਆਂ ਤੇ ਬੱਚਿਆਂ ਵਾਂਗ ਹੱਸੀ। ਤਿਆਰ ਹੈ? ਉਹ ਬੋਲੀ। ਮੈਂ ਆਖਿਆ, ਹਾਂ। ਆਪਣੇ ਸਵਾਲ ਇਸ ਕਾਪੀ ਉੱਤੇ ਲਿਖੀ ਤੇ ਆਪਣੇ ਜਵਾਬ ਵੀ। ਮੈਂ ਬਹੁਤੇ ਲੋਕਾਂ ਨੂੰ ਮਿਲਣਾ ਨਹੀਂ ਚਾਹੁੰਦੀ। ਲੋਕ ਮੈਨੂੰ ਇੱਥੇ ਦੇਖਣ ਆਉਂਦੇ ਹਨ ਜਿਵੇਂ ਮੈਂ ਅਜਾਇਬ ਘਰ ਦੀ ਕੋਈ ਚੀਜ਼ ਹੋਵਾਂ। ਬੜੀ ਸ਼ਰਧਾ ਦਿਖਾਉਂਦੇ ਹਨ ਤੇ ਮੈਨੂੰ ਬੋਰ ਕਰਦੇ ਹਨ। ਮੇਰੇ ਕੋਲ ਇਤਨਾ ਵਕਤ ਕਿੱਥੇ। ਇੱਕ ਦਿਨ ਸੋਭਾ ਸਿੰਘ ਕਿਸੇ ਕਰਨੈਲ ਨੂੰ ਲੈ ਕੇ ਮੇਰੇ ਆਸ਼ਰਮ ਆਇਆ। ਮੈਂ ਆਰਾਮ ਕਰ ਰਹੀ ਸਾਂ। ਉਹਨਾਂ ਨੇ ਬੂਹਾ ਖੜਕਾਇਆ। ਤੈਨੂੰ ਪਤਾ ਹੈ, ਮੈਨੂੰ ਸੁਣਦਾ ਨਹੀਂ। ਜਦੋਂ ਤਖਤੇ ਹਿੱਲਣ ਲੱਗੇ ਤਾਂ ਮੈਂ ਘਬਰਾ ਕੇ ਉੱਠੀ। ਮੈਂ ਆਪਣੀ ਸਲੀਪਿੰਗ ਡਰੈਸ ਵਿੱਚ ਸਾਂ। ਬੂਹਾ ਖੋਲ੍ਹਿਆ ਤਾਂ ਕਰਨੈਲ ਤੇ ਸੋਭਾ ਸਿੰਘ ਖੜ੍ਹੇ ਸਨ। ਮੈਨੂੰ
ਇੰਟਰੋਡਿਊਸ ਕਰਾਉਣ ਲੱਗਾ। ਮੈਨੂੰ ਗੁੱਸਾ ਆਇਆ ਅਤੇ ਮੈਂ ਜ਼ੋਰ ਕੀ ਝਿੜਕ ਕੇ ਬੂਹਾ ਬੰਦ ਕਰ ਦਿੱਤਾ। ਉਸ ਦਿਨ ਤੋਂ ਉਹ ਮੇਰੇ ਨਾਲ ਗੁੱਸੇ ਹੈ। ਤੂੰ ਕੀ ਆਖ ਰਿਹਾ ਸੀ? ਕਿੰਨੇ ਦਿਨ ਰਹੇਂਗਾ? 2 ਦਿਨ। ਮੈਂ 2 ਉਂਗਲਾਂ ਖੜੀਆਂ ਕੀਤੀਆਂ। ਉਸਨੇ ਮੇਰੀਆਂ ਉਂਗਲਾਂ ਫੜ ਕੇ ਮੇਰਾ ਹੱਥ ਨੀਵਾਂ ਕਰ ਦਿੱਤਾ ਅਤੇ ਬੋਲੀ, ਮੈਨੂੰ ਇਸ ਤਰ੍ਹਾਂ 2 ਉਂਗਲਾਂ ਦਿਖਾ ਕੇ ਇਹ ਨਾ ਜਤਲਾ ਕਿ ਮੈਂ ਬੋਲੀ ਹਾਂ। ਆਪਾਂ ਗੱਲਾਂ ਪਿੱਛੋਂ ਕਰਾਂਗੇ। ਪਹਿਲਾਂ ਤੁਰ ਫਿਰ ਕੇ ਤੂੰ ਇਸ ਘਰ ਨੂੰ ਵੇਖ। ਇਸ ਆਸ਼ਰਮ ਵਿੱਚ ਕੋਈ ਮਾਡਰਨ ਮੇਜ਼ ਕੁਰਸੀਆਂ ਨਹੀਂ। ਮੈਂ ਇੱਥੇ ਦੇ ਲੋਕਾਂ ਅਤੇ ਨਿੱਕੀਆਂ ਪਹਾੜੀਆਂ ਦੇ ਪਿਛੋਕੜ ਵਿੱਚ ਕੋਈ ਖਰਵੀ ਤਿੱਖੀ ਮਾਡਰਨ ਵਸਤੂ ਨਹੀਂ ਰੱਖਣਾ ਚਾਹੁੰਦੀ ਸਾਂ। ਮਿੱਟੀ ਵਿੱਚ ਨਿੱਘ ਹੈ, ਸੀਮੈਂਟ ਵਿੱਚ ਕੋਰਾਪਨ। ਇਹ ਝੁੱਗੀਆਂ ਅਤੇ ਕਮਰੇ ਮੈਂ ਆਪ ਸਜਾਏ ਹਨ। ਘਰ ਨੂੰ ਮੇਰੀਆਂ ਲੋੜਾਂ ਅਨੁਸਾਰ ਹੋਣਾ ਚਾਹੀਦਾ ਹੈ। ਮੈਂ ਇਸ ਵਿੱਚ ਰਹਿਣਾ ਹੈ। ਅਮਰੀਕਾ ਦਾ ਮਸ਼ਹੂਰ ਮੇਰਮਾਰ ਲੋਇਡ ਰਜ਼ਾਈਟ ਸੀ ਨਾ, ਉਸ ਨੇ ਘਰ ਦੀ ਸਜਾਵਟ ਅਤੇ ਉਸਾਰੀ ਨੂੰ ਇੱਕ ਸੰਗੀਤਕ ਲੈਅ ਦਿੱਤੀ। ਇਹ ਲੈਅ ਘਰ ਅਤੇ ਇਸ ਵਿੱਚ ਰਹਿਣ ਵਾਲੇ ਦੇ ਪਰਸਪਰ ਰਿਸ਼ਤੇ ਦਾ ਨਤੀਜਾ ਹੈ। ਤੂੰ ਜਾ ਕੇ ਆਪਣੀ ਕੁੱਲੀ ਦੇਖ। ਸੈਲਗਰਾਮ ਨੇ ਇਸ ਵਿੱਚ ਤੇਰਾ ਸਮਾਨ ਰੱਖ ਦਿੱਤਾ ਹੈ। ਜੇ ਆਰਾਮ ਕਰਨਾ ਹੈ ਤਾਂ ਜਾ ਕੇ ਅੱਧਾ ਘੰਟਾ ਸੁਸਤਾ ਲੈ, ਫਿਰ ਆ ਜਾਵੀਂ। ਅੱਜ ਮੈਂ 7 ਵਜੇ ਦੋਵੇਂ ਨੌਕਰਾਂ ਨੂੰ ਛੁੱਟੀ ਦੇ ਦਿੱਤੀ ਹੈ। ਖਾਣਾ ਖੁਦ ਪਕਾਵਾਂਗੀ। ਉਸ ਤੋਂ ਆਗਿਆ ਲੈ ਕੇ ਮੈਂ ਪਿਛਲੀਆਂ ਪੌੜੀਆਂ ਹੇਠ ਉਤਰ ਗਿਆ। ਇਸ ਬੂਹੇ ਨੂੰ ਕਿਵੇਂ ਭੀੜਨਾ ਹੈ, ਇਸ ਦੀ ਕੁੰਡੀ ਬਾਹਰੋਂ ਕਿਵੇਂ ਲਾਉਣੀ ਹੈ, ਟਾਰਚ ਅਤੇ ਮੋਮਬੱਤੀ ਕਿੱਥੇ ਪਈ ਹੈ, ਇਹ ਸਭ ਕੁਝ ਉਸਨੇ ਮੈਨੂੰ ਸਮਝਾ ਦਿੱਤਾ ਸੀ। ਹੇਠਾਂ ਸੈਲਗਰਾਮ ਮੈਨੂੰ ਉਡੀਕ ਰਿਹਾ ਸੀ। ਉਸਨੇ ਮੈਥੋਂ ਕਮਰੇ 'ਤੇ ਨਹਾਉਣ ਦੇ ਪਾਣੀ ਅਤੇ ਸਵੇਰ ਦੀ ਚਾਹ ਲਿਆਉਣ ਦਾ ਸਮਾਂ ਆਦਿ ਪੁੱਛਿਆ ਅਤੇ ਹੱਥ ਜੋੜ ਕੇ ਚਲਾ ਗਿਆ। ਮੈਂ ਥੋੜ੍ਹਾ ਚਿਰ ਆਰਾਮ ਕਰਕੇ ਬਾਗ ਵਿੱਚ ਟਹਿਲਣ ਚਲਾ ਗਿਆ। ਮੇਰੇ ਕੋਲ ਟਾਰਚ ਸੀ। ਮੈਂ 15-20 ਮਿੰਟ ਟਹਿਲਦਾ ਰਿਹਾ। ਸੂਰਜ ਕਦੇ ਨਾ ਛੁਪ ਚੁੱਕਾ ਸੀ। ਪਹਾੜ ਕਿਸੇ ਕਾਲੀ ਮੱਝ ਵਾਂਗ ਬੈਠਾ ਸੀ ਅਤੇ ਆਕਾਸ਼ ਵਿੱਚ ਚਮਕਦਾਰ ਨੀਲਾਹਟ ਸੀ। ਮੇਰੇ ਪੈਰਾਂ ਹੇਠ ਸੁੱਕੇ ਪੱਤੇ ਚਰਰ ਕਰ ਰਹੇ ਸਨ। ਟਹਿਲਦਾ ਹੋਇਆ ਮੈਂ ਨੋਰਾ ਰਿਚਰਡ ਬਾਰੇ, ਉਸ ਦੀ ਜ਼ਿੰਦਗੀ ਬਾਰੇ, ਇਸ ਦੇ ਤਪ ਬਾਰੇ ਸੋਚਦਾ ਰਿਹਾ। ਦਰੱਖਤ ਕਾਲੇ ਕਾਲੇ ਤੇ ਚੁੱਪ ਸਨ। ਦੋਵੇਂ ਨੌਕਰ ਜਾ ਚੁੱਕੇ ਸਨ। ਇਰਦ ਗਿਰਦ ਸੰਨਾਟਾ ਸੀ। ਇੱਕਦਮ ਸੁਨਸਾਨ ਇੱਕ ਕੱਲ ਦਾ ਲਰਜ਼ਾ ਮੇਰੇ ਵਜੂਦ ਵਿੱਚ ਫਿਰ ਗਿਆ। ਇਸ ਘੌਰ ਇਕੱਲ ਵਿੱਚ ਨੋਰਾ ਰਹਿੰਦੀ ਹੈ। ਅਜਿਹੀ ਇਕੱਲ ਵਿੱਚ ਜਾਂ ਕੋਈ ਭਿਕਸ਼ਣੀ ਰਹਿ ਸਕਦੀ ਹੈ ਜਾਂ ਕੋਈ ਜਾਦੂਗਰਨੀ। ਰਾਤ ਦੇ ਸੁੱਕੇ ਪੱਤਿਆਂ ਦੇ ਚਰਚਰਾਉਂਦੇ ਹਨੇਰੇ ਵਿੱਚ ਮੈਂ ਆਪਣੀ ਕੁੱਲੀ ਵਿੱਚ ਵਾਪਸ ਆਇਆ ਤਾਂ ਮੈਨੂੰ ਠੰਡ ਲੱਗ ਰਹੀ ਸੀ। 8 ਵੱਜ ਚੁੱਕੇ ਸਨ। ਮੈਂ ਆਪਣੀ ਕੁੱਲੀ ਦਾ ਬੂਹਾ ਭੇੜ ਕੇ ਤੇ ਬੱਤੀ ਜਗਦੀ ਛੱਡ ਕੇ ਉਹੀ ਪੌੜੀਆਂ ਚੜ੍ਹਿਆ ਤੇ ਕੁੰਡੀ ਖੋਲ੍ਹ ਕੇ ਅੰਦਰ ਦਾਖਲ ਹੋਇਆ। ਖਾਣੇ ਦੀ ਖੁਸ਼ਬੂ ਆ ਰਹੀ ਸੀ। ਲੋਹੇ ਦਾ ਵੱਡਾ ਚਕੋਰ ਚੁੱਲ੍ਹਾ ਮੱਗ ਰਿਹਾ ਸੀ। ਕੋਲ ਲੱਕੜਾਂ ਤੇ ਪਰਾਲੀ ਪਈ ਸੀ, ਨਾਲ ਹੀ ਲੋਹੇ ਦਾ ਕੜਛਾ। ਕੰਧਾਂ ਉੱਤੇ ਕਈ ਪ੍ਰਕਾਰ ਦੀਆਂ ਛਾਵਾਂ ਸਨ। ਹਰ ਚੀਜ਼ ਛਾਂ ਬਣ ਕੇ ਕੰਧ ਉੱਤੇ ਜਾ ਪਈ ਸੀ। ਇਹਨਾਂ ਸਭਨਾਂ ਚੀਜ਼ਾਂ ਤੋਂ ਵੱਡੀ ਛਾਂ ਸੀ ਨੋਰਾ ਰਿਚਰਡ ਦੀ। ਨੋਰਾ ਨੇ ਸਿਰ ਉੱਤੇ ਉੱਨੀ ਟੋਪ ਲਿਆ ਹੋਇਆ ਸੀ, ਜਿਸ ਵਿੱਚੋਂ ਉਸ ਦੀਆਂ ਸਣ ਵਰਗੀਆਂ ਲਿੱਟਾਂ ਡਿੱਗ ਰਹੀਆਂ ਸਨ। ਉਸ ਨੇ ਲੰਮਾ ਕਾਲਾ ਝੋਗਾ ਪਾਇਆ ਹੋਇਆ ਸੀ। ਉਸ ਨੇ ਉਬਾਸੀ ਲਈ ਤਾਂ ਕੰਧ ਉੱਤੇ ਇੱਕ ਵੱਡਾ ਪੋਪਲਾ ਜਿਹਾ ਮੂੰਹ ਖੁੱਲ੍ਹਿਆ, ਜੋ ਕਿੱਲੀ ਉੱਤੇ ਟੰਗੀਆਂ ਪੰਛੀਆਂ ਨੂੰ ਨਿਗਾਰ ਗਿਆ। ਮੇਜ਼ ਉੱਤੇ 2 ਪਲੇਟਾਂ, ਚਮਚੇ, ਠੂਠੇ ਪਏ ਸਨ। 2 ਪਤੀਲਿਆਂ ਵਿੱਚ ਸਬਜ਼ੀ ਦਾਲ ਸੀ। ਉਸ ਨੇ ਡੋਈ ਫੇਰੀ ਤੇ ਮੈਨੂੰ ਰੋਟੀ ਤੇ ਸਬਜ਼ੀ ਪਾ ਦਿੱਤੀ। ਫਿਰ ਉਸ ਨੇ ਆਪਣੇ ਲਈ ਰੋਟੀ ਪਾਈ। 2 ਨਿੱਕੀਆਂ ਕੁਰਸੀਆਂ ਉੱਤੇ ਬੈਠ ਕੇ ਅਸੀਂ ਰੋਟੀ ਖਾਣ ਅਤੇ ਗੱਲਾਂ ਕਰਨ ਲੱਗੇ। ਉਹ ਆਇਰਲੈਂਡ ਦੇ ਐਬੇ ਥੀਏਟਰ ਦੀਆਂ ਗੱਲਾਂ ਕਰ ਰਹੀ ਸੀ। ਲੇਡੀ ਗ੍ਰੈਗਰੀ ਦੀਆਂ, ਬਰਨਾਰਡ ਸ਼ਾਹ ਦੀਆਂ, ਗਾਰਡਨ ਕ੍ਰੇਗ ਦੀਆਂ, 19ਵੀਂ ਸਦੀ ਦੇ ਅੰਤ ਦੀਆਂ ਅੱਖੀਂ ਦੇਖੀਆਂ ਘਟਨਾਵਾਂ ਸੁਣਾ ਰਹੀ ਸੀ।